So hello students, today we will read lesson first of our English literature book which is the Magic Violin यानी जादुई वायलिन जिसਦੇ ਰਾਈਟਰ ਹਨ ਡਾਕਟਰ ਆਨੰਦ ਮਲਿਕ। An orphan lived in Sicily, Italy. ਇਟਲੀ ਦੇ ਸਿਜ਼ਲੀ ਸ਼ਹਿਰ ਵਿੱਚ ਇੱਕ ਅਨਾਥ ਨੌਜਵਾਨ ਲੜਕਾ ਰਹਿੰਦਾ ਸੀ। He went around looking for work. ਉਹ ਆਸੇ-ਪਾਸੇ ਕੰਮ ਦੀ ਭਾਲ ਵਿੱਚ ਘੁੰਮਦਾ ਰਹਿੰਦਾ ਸੀ। He met a farmer who gave him the job of taking his goats to graze on the hills. ਉਹ ਇੱਕ ਕਿਸਾਨ ਨੂੰ ਮਿਲਿਆ ਅਤੇ ਉਸ ਕਿਸਾਨ ਨੇ ਉਸ ਨੂੰ ਕੰਮ ਦਿੱਤਾ ਕਿ ਉਹ ਉਸ ਦੀਆਂ ਬੱਕਰੀਆਂ ਨੂੰ ਪਹਾੜਾਂ ਉੱਪਰ ਚਰਾ ਕੇ ਲਿਆਇਆ ਕਰੇਗਾ। Did the boy get paid for the work he did? ਕੀ ਉਸ ਲੜਕੇ ਨੂੰ ਉਸ ਦੀ ਬਣਦੀ ਤਨਖਾਹ ਦਿੱਤੀ ਗਈ ਜੋ ਉਸਨੇ ਕੰਮ ਕੀਤਾ ਸੀ? What happened when he wanted to leave the job? ਕੀ ਹੋਇਆ ਜਦੋਂ ਉਹ ਆਪਣੀ ਜੌਬ ਛੱਡਣਾ ਚਾਹੁੰਦਾ ਸੀ? ਇਹਨਾਂ ਦੋਨਾਂ ਕੁਐਸਚਨਸ ਦੇ ਆਪਾਂ ਨੂੰ ਆਨਸਰ ਮਿਲਣਗੇ ਜਦ ਆਪਾਂ ਚੈਪਟਰ ਰੀਡ ਕਰਾਂਗੇ। ਚੈਪਟਰ ਨੂੰ ਰੀਡ ਕਰਦੇ ਸਮੇਂ ਮੈਂ ਤੁਹਾਨੂੰ ਡਿਫਿਕਲਟ ਵਰਡਸ ਦੇ ਮੀਨਿੰਗ ਦੱਸਾਂਗਾ, ਤੁਸੀਂ ਉਹਨਾਂ ਨੂੰ ਆਪਣੀ ਬੁੱਕ ਦੇ ਉੱਪਰ ਨੋਟ ਕਰ ਲੈਣਾ। ਤਾਂ ਚਲੋ ਚੈਪਟਰ ਨੂੰ ਸ਼ੁਰੂ ਕਰਦੇ ਹਾਂ। In Sicily, there once lived a boy who was always happy, although he was very poor. ਸਿਜ਼ਲੀ ਸ਼ਹਿਰ ਵਿੱਚ ਇੱਕ ਲੜਕਾ ਰਹਿੰਦਾ ਸੀ ਜੋ ਕਿ ਬਹੁਤ ਹੀ ਗਰੀਬ ਸੀ, ਪਰ ਉਹ ਹਮੇਸ਼ਾ ਖੁਸ਼ ਹੀ ਰਹਿੰਦਾ ਸੀ। His parents died when he was young. ਉਸ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਜਦੋਂ ਉਹ ਜਵਾਨ ਸੀ। So he set out by himself to seek his fortune. ਅਤੇ ਉਹ ਆਪਣੀ ਕਿਸਮਤ ਦੀ ਭਾਲ ਵਿੱਚ ਖੁਦ ਹੀ ਚਲਾ ਗਿਆ। He laughed merrily at everything. ਉਹ ਹਰ ਚੀਜ਼ 'ਤੇ ਖੁਸ਼ੀ ਨਾਲ ਹੱਸਦਾ ਰਹਿੰਦਾ। ਮੈਰੀਲੀ ਦਾ ਮਤਲਬ ਹੁੰਦਾ ਹੈ ਖੁਸ਼ੀ ਨਾਲ, ਤੁਸੀਂ ਇਸ ਨੂੰ ਨੋਟ ਕਰ ਲਵੋ। ਐਂਡ ਆਲ ਥਰੂ ਹਿਸ ਟਰਬਲਸ ਹੀ ਵਾਸ ਚੀਅਰਫੁਲ ਐਂਡ ਹੈਪੀ। ਉਹ ਆਪਣੀਆਂ ਮੁਸ਼ਕਲਾਂ ਵਿੱਚ ਵੀ ਖੁਸ਼ ਹੀ ਰਹਿੰਦਾ ਸੀ। ਹੀ ਵੈਂਟ ਅਬਾਊਟ ਦ ਕੰਟਰੀ ਲੁਕਿੰਗ ਫॉर ਵਰਕ। ਉਹ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮਦਾ ਰਿਹਾ ਕੰਮ ਦੀ ਭਾਲ ਵਿੱਚ। ਐਂਡ ਐਟ ਲਾਸਟ ਵਨ ਡੇ ਹੀ ਕੇਮ ਟੂ ਅ ਫਾਰਮ ਹਾਊਸ। ਅਤੇ ਇੱਕ ਵਾਰ ਉਹ ਇੱਕ ਫਾਰਮ ਹਾਊਸ ਵਿੱਚ ਗਿਆ। He knocked at the door and the farmer came out. ਜਦੋਂ ਉਸਨੇ ਉਸ ਫਾਰਮ ਹਾਊਸ ਦਾ ਦਰਵਾਜ਼ਾ ਖਟਖਟਾਇਆ ਤਾਂ ਅੰਦਰੋਂ ਇੱਕ ਫਾਰਮਰ ਨਿਕਲ ਕੇ ਆਇਆ, ਯਾਨੀ ਕਿਸਾਨ ਨਿਕਲ ਕੇ ਆਇਆ। What do you want? The farmer asked angrily. ਤੈਨੂੰ ਕੀ ਚਾਹੀਦਾ ਹੈ? ਕਿਸਾਨ ਨੇ ਗੁੱਸੇ ਵਿੱਚ ਕਿਹਾ। He was a mean person and a miser. ਉਹ ਬਹੁਤ ਹੀ ਘਟੀਆ ਅਤੇ ਕੰਜੂਸ ਆਦਮੀ ਸੀ। Mean ਦਾ ਮਤਲਬ ਹੁੰਦਾ ਹੈ ਘਟੀਆ ਅਤੇ ਮਾਈਜ਼ਰ ਦਾ ਮਤਲਬ ਹੁੰਦਾ ਹੈ ਕੰਜੂਸ। ਐਂਡ ਥੋਟ ਦੈਟ ਦ ਬॉय ਮਸਟ ਬੀ ਅ ਬੈਗਰ। ਅਤੇ ਉਸ ਕਿਸਾਨ ਨੇ ਸੋਚਿਆ ਕਿ ਉਹ ਲੜਕਾ ਕੋਈ ਨਾ ਕੋਈ ਭਿਖਾਰੀ ਹੀ ਹੋਵੇਗਾ। ਆਈ ਵਾਂਟ ਵਰਕ ਸੈਡ ਦ ਬॉय ਸਮਾਈਲਿੰਗ। ਉਸ ਲੜਕੇ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਮੈਨੂੰ ਕੰਮ ਚਾਹੀਦਾ ਹੈ। ਐਂਡ ਐਨੀ ਕਾਈਂਡ ਆਫ ਵਰਕ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ। ਆਈ ਸੀ ਸੈਡ ਦ ਮਾਈਜ਼ਰ ਲੈਸ ਐਂਗਰੀਲੀ। ਮੈਂ ਦੇਖ ਰਿਹਾ ਹਾਂ, ਉਸ ਕੰਜੂਸ ਆਦਮੀ ਨੇ ਘੱਟ ਗੁੱਸੇ ਵਿੱਚ ਕਿਹਾ। ਐਂਡ ਹੀ ਸਾ ਅ ਵੇ ਆਫ ਗੈਟਿੰਗ ਸਮਥਿੰਗ ਫॉर ਨਥਿੰਗ। ਅਤੇ ਉਹ ਬਿਨਾਂ ਕੁਝ ਦਿੱਤੇ ਕੁਝ ਪਾਉਣ ਬਾਰੇ ਸੋਚ ਰਿਹਾ ਸੀ। ਵੈਲ ਯੂ ਕੈਨ ਕਮ ਐਂਡ ਲੁੱਕ ਆਫਟਰ ਮਾਈ ਗੋਡਸ। ਹਾਂ, ਤੂੰ ਆ ਸਕਦਾ ਹੈ ਅਤੇ ਮੇਰੀਆਂ ਬੱਕਰੀਆਂ ਦੀ ਦੇਖਭਾਲ ਕਰ ਸਕਦਾ ਹੈ। ਸੋ ਦ ਬॉय ਵੈਂਟ ਟੂ ਲਿਵ ਇਨ ਦ ਫਾਰਮ ਹਾਊਸ। ਤਾਂ ਉਹ ਬॉय ਉਸ ਦੇ ਫਾਰਮ ਹਾਊਸ ਵਿੱਚ ਰਹਿਣ ਲਈ ਚਲਾ ਗਿਆ। ਐਂਡ ਐਵਰੀ ਡੇ ਹੀ ਟੁੱਕ ਦ ਗੋਡਸ ਟੂ ਦ ਹਿਲਸ ਟੂ ਗ੍ਰੇਜ਼। ਅਤੇ ਉਹ ਹਰ ਰੋਜ਼ ਉਸ ਦੀਆਂ ਬੱਕਰੀਆਂ ਨੂੰ ਪਹਾੜਾਂ ਉੱਪਰ ਚਰਾਉਣ ਲਈ ਲੈ ਜਾਂਦਾ। ਐਟ ਦ ਐਂਡ ਆਫ ਦ 3 years, 3 ਸਾਲਾਂ ਦੇ ਖਤਮ ਹੋਣ ਤੋਂ ਬਾਅਦ ਦ ਬॉय ਵਾਂਟਡ ਅ ਚੇਂਜ ਆਫ ਵਰਕ। ਉਸ ਲੜਕੇ ਨੂੰ ਹੁਣ ਆਪਣੇ ਕੰਮ ਵਿੱਚ ਬਦਲਾਅ ਚਾਹੀਦਾ ਸੀ। ਕਿਉਂ ਚਾਹੀਦਾ ਸੀ? ਕਿਉਂਕਿ ਉਹ ਆਪਣੇ ਕੰਮ ਨੂੰ ਕਰ ਕਰਕੇ ਅੱਕ ਚੁੱਕਾ ਸੀ। ਬਿਕੋਜ਼ ਹੀ ਫੈਲਟ ਲੋਨਲੀ ਇਨ ਦ ਹਿਲਸ। ਅਤੇ ਉਹ ਹੁਣ ਪਹਾੜਾਂ ਵਿੱਚ ਅਕੇਲਾਪਨ ਵੀ ਮਹਿਸੂਸ ਕਰਨ ਲੱਗਾ ਸੀ। ਲੋਨਲੀ ਦਾ ਮਤਲਬ ਹੁੰਦਾ ਹੈ ਅਕੇਲਾਪਨ। ਵੈਨ ਹੀ ਕੇਮ ਹੋਮ ਐਟ ਨਾਈਟ। ਜਦੋਂ ਉਹ ਰਾਤ ਨੂੰ ਘਰ ਆਉਂਦਾ, ਹੀ ਨੈਵਰ ਸਾ ਐਨੀਵਨ ਟੂ ਟਾਕ ਟੂ ਬਟ ਦ ਓਲਡ ਫਾਰਮਰ। ਉਸ ਨੂੰ ਆਪਣੇ ਨਾਲ ਗੱਲ ਕਰਨ ਲਈ ਕੋਈ ਨਾ ਮਿਲਦਾ ਉਸ ਬੁੱਢੇ ਕਿਸਾਨ ਦੀ ਬਜਾਏ। ਵਨ ਈਵਨਿੰਗ, ਇੱਕ ਸ਼ਾਮ, ਹੀ ਟੋਲਡ ਹਿਜ਼ ਮਾਸਟਰ। ਉਸਨੇ ਆਪਣੇ ਮਾਸਟਰ ਨੂੰ ਕਿਹਾ, ਯਾਨੀ ਕਿਸਾਨ ਨੂੰ ਕਿਹਾ that he wanted to leave him, ਕਿ ਉਹ ਉਸਨੂੰ ਛੱਡ ਕੇ ਜਾਣਾ ਚਾਹੁੰਦਾ ਹੈ। He asked for his wages that he had earned during the 3 years on the farm. ਉਸਨੇ ਆਪਣੀ ਤਨਖਾਹ ਬਾਰੇ ਕਿਹਾ ਜੋ ਕਿ ਉਸਨੇ ਪਿਛਲੇ 3 ਸਾਲਾਂ ਵਿੱਚ ਉਸਦੇ ਫਾਰਮ ਤੋਂ ਕਮਾਈ ਸੀ।
वेजिस का मतलब हुंदा है तनख्वाह। वेजिस क्राइड द फार्मर एंग्रीली। तनख्वाह फार्मर ने यानी किसान ने गुस्से विच आउंदे होए कहा। वेजिस आई नैवर सैड एनीथिंग अबाउट द वेजिस वैन आई गेव यू वर्क। मैं तनख्वाह बारे कोई गल नहीं कीती जद मैं तैनूं काम दिता सी। दैट इज़ सो आंसर्ड द बॉय। उस लड़के ने कहा कि ऐदां है कि बट नो वन एवर वर्क्स फॉर नथिंग। पर कोई भी किसी चीज़ नूं लए तो बगैर काम नहीं करता। आई डिड नॉट सैटल द वेजिस बिकॉज आई थॉट यू आर अ जस्ट मैन। मैं तेरे नाल वेजिस बारे तनख्वाह बारे कोई गल नहीं कीती, मैनू लगा कि तू न्यायक मैन है यानी न्यायक आदमी है, चंगा आदमी है। एंड आई एम जस्ट अ मैन रोड द फार्मर। फार्मर ने गुस्से विच चिल्लांदे होए कहा कि हुण भी मैं न्यायक आदमी ही हाँ। नो वन हैज़ एवर टोल्ड मी दैट आई वॉज नॉट दैट बिफोर। अज तक मैनू अजिहा किसी ने कुछ भी नहीं कहा जो तू मैनू कह दिता है। यू शैल सी, तू देखता जाई। आई विल पे यूर वेजिस इवन थो आई डू नॉट आओ यू एनी। मैं तेरियां वेजिस नू तनख्वाह नू देवांगा जबकि मेरे उपर तेरा कोई कर्ज नहीं है। ओ दा मतलब हुंदा है OWE दा मतलब हुंदा है किराया या बकाया। Then he gave the boy 3 copper coins for 3 years work। फिर उस किसान ने उस लड़के नू 3 कॉपर कॉइन दिते। कॉपर की हुंदा है तांबा। For 3 years work उस दे 3 सालां दे काम लई। The boy looked at them and laughed। ਉਹ लड़का उस कन्नी झाकिया ते हसन लगा। He put the coins in his pocket। उसने उस coins नू उन्हां सिक्कियां नू अपनी पॉकेट विच पाया। Took his shabby hat and went off whistling। shabby ਦਾ मतलब ਹੁੰਦਾ ਹੈ ਅਗਲੀ ਜਾਂ ਗੰਦਾ। ਅਗਲੀ ਇੰਗਲਿਸ਼ 'ਚ ਹੁੰਦਾ ਹੈ ਅਤੇ ਗੰਦਾ ਪੰਜਾਬੀ ਵਿੱਚ। ਫਿਰ ਉਸਨੇ ਆਪਣੀ ਗੰਦੀ ਜੀ ਹੈਟ ਚੱਕੀ ਤੇ ਸੀਟੀਆਂ ਵਜਾਉਂਦਾ ਹੋਇਆ ਚਲਾ ਗਿਆ। That night he slept under a haystack। उस रात वो तूड़ी दे कुप थले ही सौ गया। एंड इन द मॉर्निंग वैन ही वोक अप अते सुबह जदों उठ्या ही सा एन ओल्ड बैगर इन फ्रंट ऑफ हिम। उसने अपने अगे एक बुढ़े भिखारी नू देखा। द बॉय स्माइल्ड एंड सैड। बॉय ने स्माइल करते हुए कहा गुड मॉर्निंग माई फ्रेंड यू आर आउट ऑफ बैड अर्ली। उसने उसनू गुड मॉर्निंग बुलाई अते कहा मेरे दोस्त कि अज तू जल्दी उठ गया है। आई एम रिप्लाइड द बैगर। हाँ मैं जल्दी उठ गया हाँ, बैगर ने भिखारी ने रिप्लाई किया। आई वॉज सो हंग्री दैट आई कुड नॉट हैव स्लैप्ट इवन इफ आई हैड अ बैड ऑफ फैदर्स टू लाई ऑन। मैं इन्ना भुखा हाँ कि मैनू मुलायम गद्दियां ते फैदर्स के बने हुए बैड ते भी नींद नहीं आएगी। कैन यू स्पेयर मी अ कॉपर कॉइन और 2। कि तू मैनू कॉपर का 1 या 2 कॉइनस दे सकदा हाँ। स्पेयर का मतलब हुंदा है गिव देना। आई एम सो हंगरी मैं बहुत भुखा हाँ। द बॉय पुट हिज हैंड इनटू द पॉकेट। उस लड़के ने अपनी जेब विच हथ पाया एंड टुक आउट द 3 कॉपर कॉइनस अते 3 तांबे दे सिक्के कड्ढे। दैट वर हिज वेजिस फॉर 3 ईयर्स जो कि उसकी 3 सालां दी तनख्वाह सी। टेक दीस ही सैड चीयरफुली। उसने मुस्कुराते हुए कहा कि तुसी इन्हां नूं रख लवो। इट टुक मी अ लॉन्ग टाइम टू अर्न दैम। मैनू बहुत समा लग्या है इन्हां नूं पाउण लई यानी कमाउण लई। बट आई कैन गो बैक टू द गॉड्स अगेन एंड अर्न सम मोर। मैं फिर उत्थे जावांगा गॉड्स दी देखभाल करन ते होर कमा लियावांगा। एज द बैगर टुक द 3 कॉपर कॉइनस। जदों ही बैगर ने भिखारी ने 3 कॉपर दे कॉइन लए। हिज रैग्स फैल डाउन फ्रॉम बॉडी। उसके फटे पुराने कपड़े उसकी बॉडी तो लैके नीचे डिग पे। रैग्स का मतलब हुंदा है फटे पुराने। एंड इन देयर प्लेस अपीयर्ड ब्लैक वेलवेट क्लॉथ विद सिल्वर वर्क ऑन इट। अते उन्हां दी जगह ते ब्लैक वेलवेट क्लॉक आ चुकिया सी। क्लॉक का मतलब हुंदा है अ कोट विदाउट स्लीव्स। कोट हुंदा है जिस दे बावां नहीं हुंदियां। सिल्वर वर्क ऑन इट जिस दे उपर चांदी का वर्क किया होया सी, काम किया होया। यू आर अ गुड लैड आई सी सैड द ओल्ड मैन। तू बहुत चंगा लड़का है, मैं तैनू देखा है। बुढ़े आदमी ने कहा आई एम नॉट अ बैगर। मैं कोई भिखारी नहीं हाँ। आई एम एन एंजल। एंजल का मतलब हुंदा है फरिश्ता। मैं एक फरिश्ता हाँ। आई कैन ग्रांट यू 2 विशिज। मैं तैनू 2 वरदान दिंदा हाँ। वट यू वांट। तैनू की चाहिदा है।
I can grant gifts to those who deserve them. ਮੈਂ ਇਹ ਗਿਫਟਸ ਉਹਨਾਂ ਨੂੰ ਹੀ ਦਿੰਦਾ ਹਾਂ ਜੋ ਇਸ ਦੇ ਹੱਕਦਾਰ ਹਨ। The boy thought for a moment. ਉਸ ਲੜਕੇ ਨੇ ਕੁਝ ਸਮੇਂ ਲਈ ਸੋਚਿਆ and said, I would like to have a violin which plays music to make all men dance. ਮੈਨੂੰ ਇੱਕ ਵਾਇਲਨ ਚਾਹੀਦਾ ਹੈ, ਜਦ ਮੈਂ ਉਸ ਨੂੰ ਵਜਾਵਾਂ ਤਾਂ ਸਾਰੇ ਆਦਮੀ ਨੱਚਣ ਲੱਗ ਜਾਣ। And a gun that will always hit the thing at which I aim. ਅਤੇ ਮੈਨੂੰ ਇੱਕ ਬੰਦੂਕ ਚਾਹੀਦੀ ਹੈ ਜਿਸ ਨਾਲ ਮੈਂ ਜਿਸ ਵੀ ਚੀਜ਼ 'ਤੇ ਨਿਸ਼ਾਨਾ ਲਾਉਣਾ ਚਾਹਾਂ ਉਹ ਉਸ 'ਤੇ ਲੱਗ ਜਾਵੇ। The old man smiled. ਉਹ ਬੁੱਢਾ ਆਦਮੀ ਯਾਨੀ ਫਰਿਸ਼ਤਾ ਮੁਸਕਰਾਇਆ and at once from beneath his cloak he brought out a violin and a gun. ਅਤੇ ਉਸ ਨੇ ਆਪਣੇ ਕਲੌਕ ਵਿੱਚੋਂ ਯਾਨੀ ਕੋਟ ਵਿੱਚੋਂ ਵਾਇਲਨ ਤੇ ਗਨ ਨੂੰ ਕੱਢਿਆ। He gave them to the boy. ਅਤੇ ਉਹਨਾਂ ਨੂੰ ਉਸ ਲੜਕੇ ਨੂੰ ਦੇ ਦਿੱਤਾ। May they bring you the happiness that you deserve. ਮੈਨੂੰ ਉਮੀਦ ਹੈ ਕਿ ਇਹ ਤੈਨੂੰ ਖੁਸ਼ੀਆਂ ਦੇਣਗੇ ਜਿਸ ਦਾ ਤੂੰ ਹੱਕਦਾਰ ਹੈ। He said and disappeared. ਉਸਨੇ ਇਹ ਵਾਕ ਕਹੇ ਅਤੇ ਗਾਇਬ ਹੋ ਗਿਆ। The boy made his way back towards the farm. ਉਸ ਲੜਕੇ ਨੇ ਆਪਣਾ ਸਫ਼ਰ ਫਿਰ ਉਸ ਫਾਰਮ ਵੱਲ ਸ਼ੁਰੂ ਕਰ ਦਿੱਤਾ where he had worked for 3 long years. ਜਿੱਥੇ ਉਸਨੇ 3 ਸਾਲ ਲਗਾਤਾਰ ਕੰਮ ਕੀਤਾ ਸੀ for 3 copper coins. 3 copper coins ਦੀ ਖਾਤਰ। Just as he went near the gate. ਜਦ ਹੀ ਉਹ ਗੇਟ ਦੇ ਨੇੜੇ ਪਹੁੰਚਿਆ a bird flew up from a field. ਇੱਕ ਪੰਛੀ ਖੇਤ ਵਿੱਚੋਂ ਉੱਡਿਆ। At once the boy aimed at it with his magic gun. ਜਦ ਉਸ ਬॉय ਨੇ ਉਸ ਬਰਡ ਉੱਪਰ ਪੰਛੀ ਉੱਪਰ ਏਮ ਕੀਤਾ ਯਾਨੀ ਉਸ ਦੇ ਉੱਪਰ ਨਿਸ਼ਾਨਾ ਲਗਾਉਣ ਦੀ ਕੋਸ਼ਿਸ਼ ਕੀਤੀ of course hit the bird. ਉਸਨੇ ਉਸ ਬਰਡ ਉੱਪਰ ਪੰਛੀ ਉੱਪਰ ਨਿਸ਼ਾਨਾ ਲਗਾ ਦਿੱਤਾ as the bird fell. ਜਦ ਬਰਡ ਯਾਨੀ ਪੰਛੀ ਥੱਲੇ ਡਿੱਗਿਆ the farmer came out. ਉਹ ਕਿਸਾਨ ਬਾਹਰ ਨਿਕਲਿਆ of the house ਘਰ ਵਿੱਚੋਂ and went to pick it up. ਅਤੇ ਉਹ ਉਸ ਨੂੰ ਚੱਕਣ ਲਈ ਚਲਾ ਗਿਆ।